सर्व जी सूरज किरण मेरे जल का जल हुआ राम, ज्योति ज्योत रदी संपूर्ण थिया राम। ब्रह्म दिसै ब्रह्म सुनिए एक एक वखाणिए, आत्म पसारा करण हारा प्रभ बिना न जानिए। आप करता आप भुगता आप कारण किया, बिनवंत नानक से जाने जिनी हर रस पिया। सतनाम श्री वाहिगुरु साहिब जी। तनासरी संत महला चौथा। घर पहला। एक ओंकार सतगुर प्रसाद। हर जियो कृपा करे ता नाम ध्याइयै जियो, सतगुर मिलै सुभाए सहज गुण गाइयै जियो। हर जियो कृपा करे ता नाम ध्याइयै जियो, सतगुर मिलै सुभाए सहज गुण गाइयै जियो। गुण गाए विगसै सदा अन दिन, जा आप साचे पावे। अहंकार हउमै तजे माया, सहज नाम समावे। आप करता करे सोई आप देहता पाइयै, हर जियो कृपा करे ता नाम ध्याइयै जियो। अंदर साचा नेहो पूरे सतगुर जियो, हूँ तिस सेवी दिन रात मैं कदे न विसरै जियो। कदे ना विसारी अन दिन समारी, दा नाम लई ता दीवा। श्रवणी सुनी ताहि मन तृप्तै, गुरमुख अमृत पीवा। नदर करे ता सतगुर मेले, अन दिन बबेक बुध विचरै। अंदर साचा नेहो होरे सतगुरै, सत संगत मिलै वड भाग ता हर रस आवे जियो। अन दिन रह लिवलाए ता सहज समावे जियो। सहज समावे ता हर मन पावै, सदा अतीत बैरागी। हलत पलत शोभा जग अंतर, राम नाम लिव लागी। हरिक शोक दुहाते मुक्ता, जो प्रभ करे सो पावे। सत संगत मिलै वड भाग, ता हर रस आवे जियो। दूजे भाए दुख होए मन मुख जम जोहिया जियो। हाय हाय करे दिन रात माया दुख मोहिया जियो। माया दुख मोहिया हऊँ मैं रोहिया, मेरी मेरी करत विहावे। जो प्रभ दे तिस चेतै नाहि, अंत गया पछतावे। बिन नावे को साथ न चालै, उतर कलतर माया धोया। दूजे पाए दुख होए मन मुख जम जोहिया जियो। कर कृपा लिहो मिलाए महल हर पाया जियो। सदा रहे कर जोड़ प्रभ मन पाया जियो। प्रभ मन भावै ता हुक्म समावै, हुक्म मन सुख पाया। अन दिन जपत रहै दिन राती, सहजे नाम ध्याया। नामो नाम दी वडियाई
ਨਾਨਕ ਨਾਮ ਮਨ ਪਾਵੇ, ਕਰ ਕਿਰਪਾ ਲਿਹੁ ਮਿਲਾਏ। ਮਹਿਲ ਹਰ ਪਾਵੇ ਜੀਉ, ਨਾਮੋ ਨਾਮ ਮਿਲੀ ਵਡਿਆਈ। ਨਾਨਕ ਨਾਮ ਮਨ ਭਾਵੇ, ਕਰ ਕਿਰਪਾ ਲਿਹੁ ਮਿਲਾਏ। ਮਹਿਲ ਹਰਿ ਪਾਵੇ ਜੀਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰਿਓ, ਆਪ ਜੋ ਹੁਕਮਨਾਮਾ ਸਰਵਣ ਕੀਤਾ ਹੈ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਦਰਬਾਰ ਤੋਂ ਚੌਥੇ ਨਾਨਕ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦਾ ਹੀ ਉਚਾਰਨ ਕੀਤਾ ਹੋਇਆ ਹੈ। ਇਹ ਜੋ ਸ਼ਬਦ ਹੈ 690 ਅੰਗ ਦੀ ਸੁਭਾਈਵਾਨ ਜੋ ਆਪ ਜੀਆਂ ਨੇ ਸਰਵਣ ਕੀਤਾ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਸਤਿਗੁਰੂ ਜੋ ਬਖਸ਼ਿਸ਼ ਕਰ ਰਹੇ ਨੇ, ਰਹਿਮਤ ਸਾਡੀ ਝੋਲੀ ਵਿੱਚ ਪਾ ਰਹੇ ਨੇ। ਸ਼ਬਦ ਦੇ ਨਾਲ ਜੁੜਨਾ ਕਰੀਏ ਤੇ ਨਾਲ ਦੀ ਨਾਲ ਇੱਕ ਦੋ ਪੋਸਟਾਂ ਆਈਆਂ ਸਨ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦਾ ਜੋਤੀ ਜੋਤ ਪੁਰਬ ਵੀ ਹੈ। ਉਸ ਦੇ ਨਾਲ ਇਤਿਹਾਸ ਦੇ ਨਾਲ ਆਪਾਂ ਥੋੜ੍ਹਾ ਪਹਿਲਾਂ ਜੁੜਨਾ ਹੈ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ, ਜਿਨ੍ਹਾਂ ਦਾ ਨਾਮ ਪਹਿਲਾ ਲੈਣਾ। ਪਿਆਰਿਓ, ਸਤਿਗੁਰੂ ਦੇ ਦਰ ਤੋਂ ਬਖਸ਼ਿਸ਼ ਦੇ ਪਾਤਰ ਕਿਵੇਂ ਬਣੇ, ਰਹਿਮਤ ਕਿਵੇਂ ਹੋਈ, ਇਹ ਝੋਲੀ ਦੇ ਵਿੱਚ ਰਹਿਮਤ ਗੁਰਤਾ ਗਦੀ ਦੀ ਕਿਵੇਂ ਪ੍ਰਾਪਤ ਹੋਈ। ਭਾਈ ਲਹਿਣਾ ਜੀ ਇੱਕ ਦੁਕਾਨਦਾਰੀ ਦਾ ਕੰਮ ਕਰਿਆ ਕਰਦੇ ਸਨ। ਦੁਕਾਨਦਾਰੀ ਦਾ ਕੰਮ ਕਰਦਿਆਂ ਪਿਆਰਿਓ, ਨਾਲ ਮਨ ਦੇ ਵਿੱਚ ਉਮਾਹਾ ਵੀ ਸੀ, ਉਮਾਹਵਾ ਵੀ ਸੀ ਕਿ ਸਤਿਗੁਰੂ ਨੂੰ ਮਿਲਣ ਦਾ ਚਾਹ ਸੀ ਮਨ ਅੰਦਰ। ਦੇਖੋ ਲਗਨ ਕਿਵੇਂ ਲੱਗੀ। ਭਾਈ ਮਲਸੀਹਾਂ ਜੀ ਇੱਕ ਵਾਰੀ ਇਹਨਾਂ ਦੀ ਦੁਕਾਨ ਤੇ ਆਏ, ਜਿਹੜੇ ਕਿ ਆਪਣੀ ਕਿਰਤ ਵਿਰਤ ਕਰਦੇ ਸਨ, ਗਰੀਬ ਸਨ। ਕਹਿੰਦੇ ਇਹਨਾਂ ਦੇ ਕੋਲ ਆਏ ਦੁਕਾਨ ਦੇ ਉੱਤੇ ਕੁਝ ਸੀਧਾ ਲੈਣ ਵਾਸਤੇ, ਦਾਲ ਲੈਣ ਵਾਸਤੇ। ਜਿਸ ਵੇਲੇ ਆਏ ਨੇ ਭਾਈ ਮਲਸੀਹਾਂ ਜੀ ਨੇ ਭਾਈ ਲਹਿਣਾ ਜੀ ਦੀ ਕੋਲ ਜਦੋਂ ਸਮਾਨ ਲਿਆ ਤੇ ਭਾਈ ਲਹਿਣਾ ਜੀ ਉਹਨਾਂ ਨੇ ਆਟੇ ਦਾ ਬੁੱਕ ਵੱਧ ਪਾ ਦਿੱਤਾ, ਕੋਈ ਦਾਲਾਂ ਵੱਧ ਪਾ ਦਿੱਤੀਆਂ। ਤੇ ਭਾਈ ਮਲਸੀਹਾਂ ਜੀ ਕਹਿੰਦੇ, ਭਾਈ ਲਹਿਣਾ ਜੀ ਇਹ ਕੀ ਕਰ ਰਹੇ ਹੋ ਤੁਸੀਂ? ਕਹਿੰਦੇ ਆਹ ਰਸਤਾ ਵੱਧ ਪਾ ਰਹੇ ਹੋ, ਕਹਿੰਦੀ ਕੋਈ ਨਾ ਵਾਲੀ ਗੱਲ ਨਹੀਂ। ਜਿਤਨੇ ਤੁਹਾਨੂੰ ਪੈਸੇ ਦਿੱਤੇ ਨੇ, ਕਹਿੰਦੀ ਮੈਂ ਉਤਨਾ ਸਮਾਨ ਲੈਣਾ ਹੈ, ਬਾਕੀ ਜਿਹੜਾ ਵਾਧੂ ਹੈ ਇਹ ਕੱਢ ਲਓ, ਯਾਰੂ। ਭਾਵੇਂ ਦਿਹਾੜੀ ਦੱਪਾ ਕਰਕੇ ਟਾਈਮ ਪਾਸ ਕਰਦੇ ਨਹੀਂ, ਪਰ ਮਨ ਅੰਦਰ ਇਨਸਾਨੀਅਤ ਇਹ ਹੈ ਕਿ ਬਿਲਕੁਲ ਹੀ ਜੋ ਕਿਰਤ ਕਰਨੀ ਹੈ ਉਹੀਓ ਖਾਣਾ, ਕਿਸੇ ਦਾ ਨਹੀਂ ਖਾਣਾ, ਪਰਾਇਆ ਹੱਕ ਨਹੀਂ ਖਾਣਾ। ਮਨ ਦੇ ਵਿੱਚ ਇਹ ਦ੍ਰਿੜ ਵਿਸ਼ਵਾਸ ਹੈ। ਤੇ ਹੁਣ ਜਿਸ ਵੇਲੇ ਭਾਈ ਮਲਸੀਹਾਂ ਜੀ ਆਪਣੇ ਘਰ ਦੇ ਵਿੱਚ ਪਿਆਰਿਓ ਦਾਲ ਸਿੰਦਾ ਲੈ ਕੇ ਗਏ ਤੇ ਘਰ ਦੇ ਵਿੱਚ ਰੋਟੀ ਤਿਆਰ ਕਰਨੀ ਸੀ। ਲੰਗਰ ਤਿਆਰ ਕਰਦਿਆਂ ਹਾਲੀ ਭਾਈ ਮਲਸੀਹਾਂ ਜੀ ਘਰ ਦੇ ਵਿੱਚ ਲੰਗਰ ਪਾਣੀ ਤਿਆਰ ਕਰ ਰਹੇ ਨੇ। ਤੇ ਇਤਨੀ ਦੇਰ ਨੂੰ ਭਾਈ ਲਹਿਣਾ ਜੀ ਦੀ ਦੁਕਾਨ ਤੇ ਇੱਕ ਸਾਧੂ ਆ ਕੇ ਕਹਿੰਦਾ ਕਿ ਮੈਂ ਭਾਈ ਮਲਸੀਹਾਂ ਦੇ ਘਰ ਦੇ ਵਿੱਚ ਜਾਣਾ ਹੈ। ਕਹਿੰਦੀ ਮੈਂ ਭਾਈ ਮਲਸੀਹਾਂ ਦੇ ਘਰ ਦੇ ਵਿੱਚ ਜਾਣਾ, ਉਹਨਾਂ ਨੂੰ ਮਿਲਣਾ ਹੈ। ਤੇ ਭਾਈ ਲਹਿਣਾ ਜੀ ਕਹਿੰਦੀ ਉਹ ਥੋੜ੍ਹਾ ਸਮਾਂ ਪਹਿਲਾਂ ਹੀ ਗਈ ਨੇ, ਚਲੋ ਮੈਂ ਤੁਹਾਨੂੰ ਉਹਨਾਂ ਦੇ ਘਰ ਛੱਡ ਆਉਂਦਾ। ਭਾਈ ਮਲਸੀਹਾਂ ਜੀ ਨੇ ਘਰ ਦੇ ਵਿੱਚ ਪਿਆਰੀ ਦਾਲ ਬਣਾਈ, ਪ੍ਰਸ਼ਾਦੇ ਤਿਆਰ ਕੀਤੇ। ਜਿਤਨਾ ਕੁ ਆਟਾ ਸੀ ਉਸ ਦੇ ਹਿਸਾਬ ਦੇ ਨਾਲ ਪ੍ਰਸ਼ਾਦੇ ਤਿਆਰ ਕੀਤੇ। ਹੁਣ ਭਾਈ ਲਹਿਣਾ ਜੀ ਮਗਰ ਉਸ ਸਾਧੂ ਦੇ ਜਾ ਰਹੇ ਤੇ ਜਾ ਕੇ ਘਰ ਦੇ ਦੱਸ ਦਿੱਤਾ ਕਿ ਆਹ ਘਰ ਹੈ, ਇਸ ਘਰ ਦੇ ਤੁਸੀਂ ਅੰਦਰ ਚਲਿਆ ਜਾ। ਉਹਨਾਂ ਨੇ ਜਿਹੜਾ ਸਾਧੂ ਸੀ ਪਿਆਰੇ, ਜਿਸ ਵੇਲੇ ਅੰਦਰ ਗਿਆ ਤੇ ਭਾਈ ਮਲਸੀਹਾਂ ਜੀ ਉਹਨਾਂ ਨੇ ਆਖਿਆ ਕਿ ਆਓ ਜੀ ਆਇਆਂ। ਕਹਿੰਦੇ ਮੈਂ ਤੁਹਾਨੂੰ ਮਿਲਣ ਵਾਸਤੇ ਆਇਆ।
ਤੇ ਕਹਿੰਦੇ ਪ੍ਰਸ਼ਾਦਾ ਪਾਣੀ ਛਕੋਗੇ? ਕਹਿੰਦੇ ਹਾਂ, ਭੁੱਖ ਤੇ ਲੱਗੀ ਹੋਈ ਹੈ। ਪ੍ਰਸ਼ਾਦਾ ਪਾਣੀ ਛਕਾਇਆ। 3 ਪ੍ਰਸ਼ਾਦੇ ਬਣੇ ਸਨ। ਤਿੰਨਾਂ ਦੇ ਵਿੱਚੋਂ 2 ਪ੍ਰਸ਼ਾਦੇ ਪਿਆਰਿਓ ਭਾਈ ਮਸੀਹਾ ਜੀ ਨੇ ਉਹ ਜੋ ਸਾਧੂ ਆਏ ਸਨ ਉਹਨਾਂ ਨੂੰ ਛਕਾ ਦਿੱਤੇ। ਉਹਨਾਂ ਨੂੰ ਛਕਾ ਦਿੱਤੇ ਤੇ ਭਾਈ ਲਹਿਣਾ ਜੀ ਪਿੱਛੇ ਪਿਆਰਿਓ ਵੇਖ ਰਹੇ ਨੇ ਕਿ ਇਹਨਾਂ ਦੇ ਘਰ ਦੇ ਵਿੱਚ ਕਿ ਮਸਾਂ ਹੀ ਆਟਾ ਜਿਤਨਾ ਖੜਿਆ ਹੈ, 1-2 ਜਣਿਆਂ ਦੇ ਖਾਣ ਵਾਸਤੇ ਵੀ ਪੂਰਾ ਨਹੀਂ ਹੋਵੇਗਾ। ਤੇ ਸਾਧੂ ਵੀ ਪ੍ਰਸ਼ਾਦਾ ਛਕ ਰਹੇ ਆ। ਵੇਖਦਾ ਇਹਨਾਂ ਦੇ ਘਰ ਦੇ ਵਿੱਚ ਅੱਜ ਖਾਣ ਤੋਂ ਵੀ ਲੜਾਈ ਸ਼ਾਇਦ ਪਵੇਗੀ, ਕਿਉਂਕਿ ਥੋੜਾ ਜਿਹਾ ਆਟਾ, ਥੋੜੀ ਜਿਹੀ ਦਾਲ, ਇਹਦੇ ਨਾਲ ਕਿਵੇਂ ਇਹਨਾਂ ਦਾ ਸਰੇਗਾ। ਹੁਣ ਘਰ ਦੇ ਵਿੱਚ ਪਿਆਰੀ ਜਦੋਂ ਸਾਧੂ ਦੀ ਪ੍ਰਸ਼ਾਦਾ ਛਕ ਕੇ ਚਲੇ ਗਿਆ, ਕਹਿੰਦੀ ਮੈਂ ਤ੍ਰਿਪਤ ਹੋ ਗਿਆ, ਮੈਂ ਤ੍ਰਿਪਤ ਹੋ ਗਿਆ। ਉਹ ਤੇ ਚਲੇ ਗਿਆ ਛਕ ਕੇ। ਤੇ ਹੁਣ ਭਾਈ ਮਸੀਹਾ ਆਪਣੀ ਘਰਵਾਲੀ ਨੂੰ ਕਹਿ ਰਿਹਾ ਕਿ ਇਹ ਪ੍ਰਸ਼ਾਦਾ ਤੂੰ ਛਕ ਲੈ, ਇਹ ਪ੍ਰਸ਼ਾਦਾ ਤੂੰ ਛਕ ਲੈ, ਤੇਰੇ ਕੋਲੋਂ ਬੱਚੇ ਨੇ ਦੁੱਧ ਲੈਣਾ ਹੈ ਤੇ ਤੂੰ ਛਕ ਲੈ। ਤੇ ਘਰਵਾਲੀ ਕੀ ਕਹਿੰਦੀ ਹੈ? ਘਰਵਾਲੀ ਕਹਿੰਦੀ ਨਹੀਂ, ਇਹ ਪ੍ਰਸ਼ਾਦਾ ਮੈਂ ਨਹੀਂ ਛਕਣਾ। ਤੁਸੀਂ ਸਾਰਾ ਦਿਨ ਕਿਰਤ ਵਿਰਤ ਕਰਦੇ ਹੋ, ਤੁਸੀਂ ਕਿਰਤ ਵਿਰਤ ਕਰਦੇ ਹੋ, ਤੁਸੀਂ ਯੋਰ ਦਾ ਕੰਮ ਕਰਨਾ, ਇਹ ਪ੍ਰਸ਼ਾਦਾ ਤੁਸੀਂ ਛਕ ਲਓ, ਇਹ ਤੁਸੀਂ ਛਕ ਲਓ। ਉਹ ਕਹਿੰਦਾ ਨਹੀਂ, ਮੈਂ ਨਹੀਂ ਛਕਣਾ, ਮੈਂ ਨਹੀਂ ਛਕਣਾ। ਕਹਿੰਦੇ ਇਸ ਤਰ੍ਹਾਂ ਜਦੋਂ ਵਾਰ-ਵਾਰ ਇੱਕ ਦੂਸਰੇ ਨੂੰ ਕਹਿ ਰਹੇ ਨੇ, ਵਾਰ-ਵਾਰ ਇੱਕ ਦੂਸਰੇ ਨੂੰ ਕਹਿ ਰਹੇ ਨੇ ਤੇ ਭਾਈ ਲਹਿਣਾ ਜੀ ਫਿਰ ਅੰਦਰ ਆਏ। ਭਾਈ ਲਹਿਣਾ ਜੀ ਨੇ ਆਖਿਆ, ਭਾਈ ਮਸੀਹਾ ਜੀ ਤੁਸੀਂ ਧੰਨ ਹੋ, ਤੁਸੀਂ ਧੰਨ ਹੋ, ਧੰਨ ਹੈ ਤੁਹਾਡੀ ਸਿੱਖੀ, ਤੁਹਾਡੀ ਦੀ ਗੁਰੂ ਨਾਨਕ ਦੀ ਬਖਸ਼ਿਸ਼ ਹੈ, ਰਹਿਮਤ ਹੈ। ਤੁਹਾਡਾ ਗੁਰੂ ਕਿਹੜਾ ਹੈ? ਕਹਿੰਦੇ ਜਿਹੜਾ ਤੁਸੀਂ ਨਾਮ ਲਿਆ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮੇਰੇ ਗੁਰੂ ਹਨ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮੇਰੇ ਗੁਰੂ ਹਨ। ਪਿਆਰਿਓ ਭਾਈ ਲਹਿਣਾ ਜੀ ਨੂੰ ਹੁਣ ਲਗਨ ਲੱਗ ਗਈ, ਲਗਨ ਲੱਗ ਗਈ ਮਨ ਦੇ ਵਿੱਚ। ਭਾਵੇਂ ਦੇਵੀ ਦੇ ਉਪਾਸ਼ਕ ਸਨ, ਦੇਵੀ ਨੂੰ ਪਿਆਰਿਓ ਸੰਗ ਦੇ ਨਾਲ ਜਾਇਆ ਕਰਦੇ ਸਨ, ਸੰਗ ਦੇ ਨਾਲ ਜਾਇਆ ਕਰਦੇ ਸਨ। ਕਾਫੀ ਸਮਾਂ ਬਤੀਤ ਹੋ ਗਿਆ, ਕਾਫੀ ਸਮਾਂ ਬਤੀਤ ਹੋ ਗਿਆ। ਅੱਜ ਕਹਿੰਦੇ ਨਾਲ ਦੇ ਸਾਥੀਆਂ ਨੂੰ ਪਤਾ ਕੀ ਕਹਿ ਰਹੇ ਨੇ, ਸੰਗ ਦੇ ਨਾਲ ਜਾਣਾ ਐਤਕਾਂ ਮਨ ਦੇ ਵਿੱਚ ਇਹ ਹੈ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਦਰਸ਼ਨ ਦਿਦਾਰੇ ਕਰਨ ਤੋਂ ਬਿਨਾਂ ਨਹੀਂ ਜਾਣਾ। ਸਤਿਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਦਰਸ਼ਨ ਦਿਦਾਰੇ ਕਰਕੇ ਤੇ ਫੇਰ ਜਾਣਾ। ਨਾਲ ਦੇ ਸਾਥੀਆਂ ਨੂੰ ਇਹ ਗੱਲ ਆਖੀ, ਕਰਤਾਰਪੁਰ ਦੀ ਜੂਹ ਦੇ ਵਿੱਚ ਹੁਣ ਤੁਸੀਂ ਕਹਿੰਦੇ ਆਪੋ ਆਪਣੇ ਘਰਾਂ ਨੂੰ ਜਾਓ ਤੇ ਮੈਂ ਵੀ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਤੇ ਚੱਲਿਆ, ਸਤਿਗੁਰਾਂ ਨੂੰ ਮਿਲਣ ਵਾਸਤੇ ਜਾ ਰਹੇ ਹਾਂ। ਪਿਆਰੇ ਜਦੋਂ ਰਸਤੇ ਦੇ ਵਿੱਚ ਜਾ ਰਹੇ ਤੇ ਪਿੰਡ ਤੋਂ ਬਾਹਰ ਕਰਤਾਰਪੁਰ ਦੀ ਜੂਹ ਇੱਕ ਬਜ਼ੁਰਗ ਜਿਹਦਾ ਚਿਹਰਾ ਦਗ-ਦਗ ਕਰਦਾ, ਪਿਆਰੇ ਚਿੱਟਾ ਦਾੜਾ, ਮੋਤੀਆਂ ਵਾਂਗ ਚਮਕਦੇ ਵਾਲ। ਕਹਿੰਦੇ ਜਿਸ ਵੇਲੇ ਉਹਨਾਂ ਦੇ ਕੋਲ ਗਏ ਤੇ ਜਾ ਕਰਕੇ ਪੁੱਛਿਆ ਕਿ ਮੈਂ ਗੁਰੂ ਨਾਨਕ ਦੇ ਘਰ ਦੇ ਵਿੱਚ ਜਾਣਾ, ਗੁਰੂ ਨਾਨਕ ਦੀ ਧਰਮਸ਼ਾਲਾ ਵਿੱਚ ਜਾਣਾ, ਤੁਸੀਂ ਮੈਨੂੰ ਲੈ ਜਾਓਗੇ? ਕਹਿੰਦੇ ਹਾਂ ਆਓ ਮੈਂ ਲੈ ਚੱਲਦਾ। ਕਹਿੰਦੇ ਭਾਈ ਲਹਿਣਾ ਜੀ ਉਸ ਵੇਲੇ ਘੋੜੀ ਦੇ ਉੱਤੇ ਅਸਵਾਰ ਨੇ। ਕਹਿੰਦੇ ਗੁਰਮੁਖੋ ਆਪਣੀ ਘੋੜੀ ਦੀਆਂ ਵਾਗਾਂ ਮੈਨੂੰ ਫੜਾ ਦਿਓ, ਆਪਣੀ ਘੋੜੀ ਦੀਆਂ ਵਾਗਾਂ ਮੈਨੂੰ ਫੜਾ ਦਿਓ। ਹੁਣ ਵਾਗਾਂ ਫੜਨੀਆਂ ਉਸ ਬਜ਼ੁਰਗ ਨੇ। ਅੱਗੇ ਅੱਗੇ ਤੁਰੇ ਜਾ ਰਹੇ ਨੇ, ਅੱਗੇ ਅੱਗੇ ਤੁਰੇ ਜਾ ਰਹੇ ਨੇ। ਜਿਸ ਵੇਲੇ ਧਰਮਸ਼ਾਲਾ ਦੇ ਕੋਲ ਪਹੁੰਚਦੇ ਨੇ, ਧਰਮਸ਼ਾਲਾ ਦੇ ਕੋਲ ਪਹੁੰਚਦੇ ਬਜ਼ੁਰਗ ਪਿਆਰਿਓ ਉਹਨਾਂ ਨੇ ਇਹ ਗੱਲ ਆਖੀ, ਇੱਥੇ ਘੋੜੀ ਨੂੰ ਬੰਨ੍ਹ ਦੇਵੋ ਤੇ ਉਸ ਪਾਸੇ ਤੋਂ ਕਹਿੰਦੇ ਹੱਥ ਨੂੰ ਸੁੱਚਾ ਕਰਕੇ ਇਹ ਧਰਮਸ਼ਾਲਾ ਦੇ ਅੰਦਰ ਪ੍ਰਵੇਸ਼ ਕਰ ਜਾਓ। ਕਹਿੰਦੇ ਜਿਤਨੀ ਦੇਰ ਨੂੰ ਇਹਨਾਂ ਨੇ ਘੋੜੀ ਨੂੰ ਬੰਨ੍ਹ ਕੇ ਹੱਥ ਨੂੰ ਸੁੱਚਾ ਕਰਕੇ ਪਿਆਰਿਓ ਅੰਦਰ ਜਾਣਾ। ਮੇਰੇ ਦੀਨ ਦੁਨੀ ਦੇ ਮਾਲਕ ਉਹ ਬਜ਼ੁਰਗ ਕੌਣ ਸਨ? ਧੰਨ ਗੁਰੂ ਨਾਨਕ ਪਾਤਸ਼ਾਹ ਜੀ ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ। ਸਤਿਗੁਰੂ ਨਾਨਕ ਪਾਤਸ਼ਾਹ ਜੀ ਪਿਆਰਿਓ ਆਪ ਤਖਤ ਤੇ ਬਿਰਾਜਮਾਨ ਹੋ ਗਏ ਨੇ, ਸੁਭਾਏਮਾਨ ਹੋ ਗਏ ਨੇ। ਤੇ ਇਤਨੀ ਦੇਰ ਨੂੰ ਲਹਿਣਾ ਵੇਖਦਾ, ਲਹਿਣਾ ਜੀ ਵੇਖਦੀ। ਹੁਣ ਮੈਂ ਅੰਦਰ ਦੂਰੋਂ ਜਿਸ ਵੇਲੇ ਚਿਹਰਾ ਤੱਕਿਆ
ਦੂਰੋਂ ਜਿਸ ਵੇਲੇ ਚਿਹਰਾ ਤੱਕਿਆ ਪਿਆਰੋ, ਸਰੀਰ ਦੇ ਵਿੱਚ ਕੰਬਣੀ ਛਿੜ ਗਈ, ਪਰਸੀਨੋ ਪਰਸੀਨੀ ਹੋ ਗਿਆ। ਉਹ ਲੈਣਿਆ, ਜਿਸ ਨੂੰ ਤੂੰ ਮਿਲਣ ਵਾਸਤੇ ਆਇਆ ਸੀ, ਉਸੇ ਨੂੰ ਘੋੜੇ ਦੀਆਂ ਲਗਾਮਾਂ ਬੜਾਈਆਂ ਹੋਈਆਂ। ਕਹਿੰਦੇ ਹੁਣ ਹਿੰਮਤ ਨੇਰੇ ਅੱਗੇ ਕਦਮ ਪੁੱਟਣ ਦੀ ਵੀ ਮਨ ਦੇ ਵਿੱਚ ਇਤਨਾ ਅਦਬ, ਇਤਨਾ ਭੈ, ਇਤਨਾ ਡਰ ਕਿ ਇਤਨੀ ਵੱਡੀ ਗੁਸਤਾਖੀ। ਜਿਸ ਨੂੰ ਮਿਲਣ ਵਾਸਤੇ ਆਇਆ ਸੀ, ਉਸ ਨੂੰ ਘੋੜੀ ਦੀਆਂ ਵਾਗਾਂ ਫੜਾ ਦਿੱਤੀਆਂ। ਤੇ ਜਿਸ ਵੇਲੇ ਸਤਿਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਸਾਹਮਣੇ ਹੋਇਆ ਤੇ ਪਿਆਰਿਓ ਧੜਮ ਕਰਦਾ ਡਿੱਗ ਪਿਆ। ਪ੍ਰੋਫੈਸਰ ਪੂਰਨ ਸਿੰਘ ਜੀ ਲਿਖਦੇ ਨੇ, ਕਹਿੰਦੇ ਪਰਸੀਨੋ ਪਰਸੀਨੀ ਹੋਇਆ ਤੇ ਚਰਨਾਂ ਤੇ ਡਿੱਗ ਪਿਆ। ਤੇ ਮੇਰੇ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ, ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਤੇਰਾ ਨਾਮ ਕੀ ਹੈ? ਤੇਰਾ ਨਾਮ ਕੀ ਹੈ? ਕਹਿੰਦੇ ਜੀ ਲੈਣਾ। ਕਹਿੰਦੇ ਲੈਣਾ। ਬੜੇ ਪਿਆਰ ਦੇ ਨਾਲ ਉਠਾਇਆ ਤੇ ਫਿਰ ਕਹਿੰਦੇ, ਭਾਈ ਲੈਣਿਆ, ਜਿਹੜੇ ਲੈਣੇ ਵਾਲੇ ਨੇ ਉਹ ਘੋੜੀਆਂ ਤੇ ਆਉਂਦੇ ਨੇ, ਤੇ ਜਿਨ੍ਹਾਂ ਨੇ ਦੇਣਾ ਹੁੰਦਾ ਆ ਉਹ ਅੱਗੋਂ ਵਾਗਾਂ ਫੜਦੇ ਨੇ। ਉਹ ਅੱਗੋਂ ਵਾਗਾਂ ਫੜ ਕੇ ਅੱਗੇ ਅੱਗੇ ਚੱਲਦੇ ਨੇ। ਤੂੰ ਚੰਗੇ ਟਾਈਮ ਤੇ ਆਇਆ, ਤੂੰ ਚੰਗੇ ਟਾਈਮ ਤੇ ਆਇਆ ਹੈ। ਪਿਆਰੂ ਐਸਾ ਸੇਵਾ ਦੇ ਵਿੱਚ ਤਤਪਰ ਹੋ ਗਿਆ, ਇਤਨੀ ਸੇਵਾ ਦੇ ਵਿੱਚ ਤਤਪਰ ਹੋ ਗਈ, ਹਰ ਵੇਲੇ ਸੇਵਾ ਦੇ ਵਿੱਚ ਲੱਗੇ ਰਹਿਣਾ, ਧੰਨ ਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਚਰਨਾਂ ਦੇ ਨਾਲ ਜੁੜੇ ਰਹਿਣਾ। ਜੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਰਾਤ ਵੇਲੇ ਇਹ ਗੱਲ ਆਖੀ, ਇਹ ਦਿਨ ਚੜ੍ਹ ਪਿਆ। ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ, ਹੋਰ ਵੀ ਗੁਰਸਿੱਖ ਕਹਿੰਦੇ, ਮਹਾਰਾਜ ਅੱਜ ਤਾਂ ਬਹੁਤ ਰਾਤ ਹੈ। ਜਿਸ ਵੇਲੇ ਭਾਈ ਲੈਣੇ ਨੂੰ ਪੁੱਛਿਆ, ਭਾਈ ਲੈਣਾ ਜੀ ਤੁਸੀਂ ਦੱਸੋ। ਮਹਾਰਾਜ ਜੇ ਤੁਸੀਂ ਕਹਿੰਦੇ ਹੋ ਨਾ ਦਿਨ ਚੜ੍ਹ ਗਿਆ, ਅੰਮ੍ਰਿਤ ਵੇਲਾ ਹੋ ਗਿਆ, ਤੇ ਅੰਮ੍ਰਿਤ ਵੇਲਾ ਹੋ ਗਿਆ ਭਾਵੇਂ ਰਾਤ ਦੇ 9 ਵੀ ਕਿਉਂ ਨਾ ਵਜੇ, ਹੁਣ ਇਹ ਨਹੀਂ ਕਹਿਣਾ। ਆਪਣੀ ਅਕਲ ਦੇ ਘੋੜੇ ਨਹੀਂ ਦੜਾਉਣੀ ਪਿਆਰੀ। ਇਨਸਾਨੀ ਸੁਭਾਅ ਤੇ ਇਹੋ ਹੀ ਆ ਨਾ, ਇਹੋ ਆਖੇਗਾ ਜੇ ਰਾਤ ਦੇ 9 ਵਜੇ ਨੇ, ਤੇ ਆਖਿਆਗਾ ਰਾਤ ਦੇ 9 ਵਜੇ ਨੇ। ਇਹਦੇ ਮਾਲਕ ਜੇ ਤੁਸੀਂ ਕਹਿੰਦੇ ਹੋ ਨਾ ਦਿਨ ਚੜ੍ਹ ਗਿਆ, ਤੇ ਫਿਰ ਦਿਨ ਹੀ ਚੜ੍ਹ ਗਿਆ, ਫਿਰ ਦਿਨ ਚੜ੍ਹ ਗਿਆ। ਆ ਵਿਸਾਖੀ ਦਾ ਦਿਹਾੜਾ ਜਿਹੜਾ ਹੁਣੇ ਲੰਘਿਆ, ਵਿਸਾਖੀ ਦੇ ਦਿਹਾੜੇ ਤੇ ਕਹਿੰਦੀ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ ਵੇਲੇ ਤੋਂ ਹੀ ਪਿਆਰਿਓ ਇਹ ਵਿਸਾਖੀ ਦਾ ਦਿਹਾੜਾ ਮਨਾਇਆ ਜਾਂਦਾ ਸੀ। ਜਿਸ ਵੇਲੇ ਸੰਗਤਾਂ ਆਈਆਂ, ਦੂਰ ਦੂਰ ਤੋਂ ਪਿਆਰਿਓ ਸੰਗਤਾਂ ਆਈਆਂ ਦਰਸ਼ਨ ਦੀਦਾਰੇ ਕਰਨ ਵਾਸਤੇ, ਦਰਸ਼ਨ ਦੀਦਾਰੇ ਕਰਨ ਵਾਸਤੇ, ਤੇ ਪਿਆਰਿਓ ਸ਼ਗਨ ਛਕਾਉਣ ਨੂੰ ਵਾਲੇ ਕੋਈ ਨਹੀਂ ਸੀ, ਸ਼ਗਨ ਛਕਾਉਣ ਵਾਸਤੇ ਖੁਦ ਨਹੀਂ ਸੀ। ਮੇਰੇ ਦੀਨ ਦੁਨੀ ਦੇ ਬਾਅਦ ਧੰਨ ਗੁਰੂ ਨਾਨਕ ਪਾਤਸ਼ਾਹ ਜੀਆਂ ਨੇ ਵਾਹਿਗੁਰਦਾਰ ਬਾਬਾ ਸ੍ਰੀ ਚੰਦ ਜੀ ਨੂੰ ਇਹ ਗੱਲ ਆਖੀ, ਆ ਜੰਡ ਦਾ ਰੁੱਖ ਹੈ, ਇਹਦੇ ਉੱਪਰ ਚੜ੍ਹ ਕੇ ਇਸ ਨੂੰ ਹਿਲਾਓ ਤੇ ਇਸ ਤੋਂ ਮਠਿਆਈ ਡਿੱਗੇਗੀ। ਬਾਬਾ ਸ੍ਰੀ ਚੰਦ ਜੀ ਕਹਿੰਦੇ, ਤੁਸੀਂ ਹੁਣ ਕਹਿੰਦੇ ਬਜ਼ੁਰਗ ਹੋ ਗਏ, ਤੁਹਾਨੂੰ ਪਤਾ ਨਹੀਂ ਲੱਗਦਾ। ਕਹਿੰਦੇ ਆ ਕਰੀਰ ਦਾ ਰੁੱਖ, ਨਾਲੇ ਰੁੱਖਾਂ ਨੂੰ ਵੀ ਕਦੇ ਮਠਿਆਈਆਂ ਲੱਗੀਆਂ ਨਹੀਂ, ਰੁੱਖਾਂ ਨੂੰ ਮਠਿਆਈਆਂ ਨਹੀਂ ਲੱਗਦੀਆਂ। ਪਿਆਰਿਓ ਇਹੋ ਗੱਲ ਲਖਮੀ ਦਾਸ ਨੂੰ ਆਖੀ, ਕਹਿੰਦੇ ਭਰਾਤਾ ਜੀ ਠੀਕ ਹੀ ਤੇ ਕਹਿੰਦੇ, ਰੁੱਖਾਂ ਨੂੰ ਮਠਿਆਈਆਂ ਨਹੀਂ ਲੱਗਦੀਆਂ ਕਦੇ ਵੀ। ਤੁਹਾਡੀ ਉਮਰ ਵੱਡੀ ਹੋ ਗਈ, ਤੁਹਾਨੂੰ ਹੁਣ ਪਤਾ ਨਹੀਂ ਲੱਗਦਾ, ਤੁਹਾਨੂੰ ਪਤਾ ਨਹੀਂ ਲੱਗਦਾ। ਕਹਿੰਦੇ ਇਸੇ ਕਰਕੇ ਤੁਸੀਂ ਕਹਿੰਦੇ ਇਹ ਗੱਲ ਕਹਿ ਰਹੇ। ਜਿਸ ਵੇਲੇ ਭਾਈ ਲਹਿਣਾ ਜੀ ਨੂੰ ਇਹ ਗੱਲ ਆਖੀ, ਤੇ ਭਾਈ ਲਹਿਣਾ ਜੀ ਉਸੇ ਵੇਲੇ ਜੰਡ ਦੇ ਰੁੱਖ ਤੇ ਚੜ੍ਹਨ ਵਾਸਤੇ ਤਿਆਰ ਹੋ ਗਏ ਨੇ, ਚੜ੍ਹ ਰਹੇ ਨੇ। ਬਾਬਾ ਸ੍ਰੀ ਚੰਦ ਜੀ ਕਹਿੰਦੇ, ਭਾਈ ਲਹਿਣਾ ਜੀ, ਭਾਈ ਲਹਿਣਾ ਜੀ ਰੁੱਖਾਂ ਨੂੰ ਵੀ ਕਦੇ ਮਠਿਆਈਆਂ ਲੱਗਦੀਆਂ ਨਹੀਂ। ਕਹਿੰਦੇ ਬਾਬਾ ਜੀ ਤੁਸੀਂ ਬਰਖੁਰਦਾਰ ਮੇਰੇ ਗੁਰੂ ਦੇ ਸਪੁੱਤਰ ਹੋ, ਗੁਰੂ ਦੇ ਸਪੁੱਤਰ ਹੋ, ਤੇ ਮੇਰੇ ਗੁਰੂ ਦਾ ਜੋ ਹੁਕਮ ਹੈ ਨਾ, ਮੈਂ ਤੇ ਹੁਕਮ ਨੂੰ ਵਜਾਵਾਂਗਾ। ਮਠਿਆਈ ਲੱਗੇ ਜਾਂ ਨਾ ਲੱਗੇ, ਝੜੇ ਜਾਂ ਨਾ ਝੜੇ, ਮੇਰੇ ਗੁਰੂ ਦਾ ਹੁਕਮ ਹੈ, ਮੈਂ ਦਰਖਤ ਨੂੰ ਹਿਲਾਵਾਂਗਾ। ਪਿਆਰਿਓ ਭਾਈ ਲਹਿਣਾ ਜੀ ਨੇ ਉੱਪਰ ਚੜ੍ਹ ਕੇ ਜਿਸ ਵੇਲੇ ਦਰਖਤ ਨੂੰ ਹਿਲਾਇਆ ਤੇ ਮਠਾਈ ਥੱਲੇ ਡਿੱਗਣੀ ਸ਼ੁਰੂ ਹੋ ਗਈ। ਸੰਗਤਾਂ ਨੇ ਮਠਿਆਈਆਂ ਛਕੀਆਂ, ਪਿਆਰਿਓ ਕਈ ਤਰ੍ਹਾਂ ਦੀਆਂ ਮਠਿਆਈਆਂ ਛਕੀਆਂ। ਆਸਥਾ ਇਤਨੀ ਸੀ ਭਾਈ ਲਹਿਣਾ ਜੀ ਦੇ ਮਨ ਅੰਦਰ, ਕਿਉਂਕਿ ਵੇਖੀ ਹੋਈ ਸੀ ਗੱਲ, ਉਹ ਭਾਈ ਮਲਸੀਹਾਂ ਵਾਲੀ ਗੱਲ ਯਾਦ ਸੀ।
ਕਿ ਗੁਰੂ ਨਾਨਕ ਦੇ ਚਰਨਾਂ ਦੇ ਨਾਲ ਉਹ ਕਿਵੇਂ ਜੁੜੇ ਹੋਏ ਸਨ। ਜਦੋਂ ਵੀ ਆਉਣਾ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੂੰ ਮਿਲਣ ਵਾਸਤੇ ਆਉਣਾ ਨਾ ਤੇ ਸਿਰ ਤੇ ਕੁਝ ਨਾ ਕੁਝ ਚੁੱਕ ਕੇ ਲੈ ਕੇ। ਪ੍ਰੋਫੈਸਰ ਪੂਰਨ ਸਿੰਘ ਜੀ ਕਹਿੰਦੇ ਜੇ ਹੋਰ ਕੁਝ ਨਾ ਹੋਣਾ ਤੇ ਕਹਿੰਦੇ ਲੂਣ ਦਾ ਢੇਲਾ ਹੀ ਸਿਰ ਦੇ ਉੱਤੇ ਵੱਡਾ ਸਾਰਾ ਚੁੱਕ ਕੇ ਲੈ ਆਉਣਾ। ਇੱਕ ਦਿਨ ਕਹਿੰਦੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੂੰ ਮਿਲਣ ਵਾਸਤੇ ਆਇਆ ਕਰਦੇ ਸਨ ਅਕਸਰ। ਕਹਿੰਦੇ ਜਿਸ ਵੇਲੇ ਮਿਲਣ ਵਾਸਤੇ ਆਏ ਤੇ ਘਰ ਦੇ ਵਿੱਚ ਆਏ ਮਾਤਾ ਸੁਲੱਖਣੀ ਜੀ ਨੂੰ ਪੁੱਛਦੇ ਨੇ ਕਿ ਸਤਿਗੁਰੂ ਨਾਨਕ ਪਾਤਸ਼ਾਹ ਜੀ ਕਿੱਥੇ ਨੇ। ਸਤਿਗੁਰੂ ਨਾਨਕ ਪਾਤਸ਼ਾਹ ਜੀ ਕਿੱਥੇ ਨੇ? ਕਹਿੰਦੇ ਉਹ ਤੇ ਖੇਤਾਂ ਦੇ ਵਿੱਚ ਕੰਮ ਕਰ ਰਹੇ ਨੇ, ਨਦੀਨ ਕੱਢ ਰਹੇ ਨੇ, ਝੋਨੇ ਲੱਗੇ ਹੋਏ ਸਨ, ਉਹ ਨਦੀਨ ਕੱਢ ਰਹੇ ਨੇ ਖੇਤਾਂ ਦੇ ਵਿੱਚ। ਤੇ ਕਹਿੰਦੇ ਮੈਂ ਫਿਰ ਉੱਥੇ ਹੀ ਜਾਂਦਾ। ਕਹਿੰਦੇ ਉੱਥੇ ਜਾ ਕੇ ਮਿਲ ਲਓ ਜੇ ਤੁਸੀਂ ਜ਼ਰੂਰੀ ਹੁਣੇ ਮਿਲਣਾ, ਜੇ ਵੇਟ ਕਰਨੀ ਆ ਤੇ ਠੀਕ ਹੈ, ਜੇ ਹੁਣੇ ਮਿਲਣਾ ਤੇ ਖੇਤਾਂ ਦੇ ਵਿੱਚ ਚਲਿਆ ਜਾਓ। ਹੁਣ ਜਿਸ ਵੇਲੇ ਖੇਤਾਂ ਦੇ ਵਿੱਚ ਗਏ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮਿਲੇ ਤੇ ਜਾ ਕਰਕੇ ਭਾਈ ਲਹਿਣਾ ਜੀ ਮੱਥਾ ਟੇਕ ਕੇ ਪਿਆਰਿਓ ਆਖਣ ਲੱਗੀ ਮੇਰੀ ਮਾਲਕ ਆ ਮੈਂ ਵੀ ਕੰਮ ਕਰਾਂ, ਆ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਝੋਨੇ ਦੇ ਵਿੱਚੋਂ ਨਦੀਨ ਕੱਢ ਰਹੇ ਹੋ, ਡੀੜਾ ਕੱਢ ਰਹੇ ਹੋ, ਇਹ ਮੈਂ ਵੀ ਕਰਾਂ। ਹਾਂ ਲੈਣਿਆ ਜੇ ਤੂੰ ਕਰਨਾ ਚਾਹੁੰਦਾ ਤੇ ਕਰ, ਜੇ ਤੂੰ ਆਇਆ ਤੇ ਫਿਰ ਕਰ। ਕਹਿੰਦੇ ਜਿਸ ਵੇਲੇ ਨਦੀਨ ਪੁੱਟਣਾ ਸੀ ਭਾਈ ਲਹਿਣਾ ਜੀ ਦੁਕਾਨਦਾਰ, ਇਹਨਾਂ ਨੂੰ ਕੀ ਪਤਾ ਨਦੀਨ ਕੀ ਹੈ ਤੇ ਝੋਨਾ ਕੀ। ਕਹਿੰਦੇ ਝੋਨੇ ਦੇ ਬੂਟੇ ਪੁੱਟਣੇ ਸ਼ੁਰੂ ਕਰ ਦਿੱਤੇ, ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਲੈਣਿਆ ਤੈਨੂੰ ਬੂਟੇ ਪੁੱਟਣ ਵਾਸਤੇ ਨਹੀਂ ਲਾਇਆ, ਤੈਨੂੰ ਤੇ ਨਦੀਨ ਪੁੱਟਣ ਵਾਸਤੇ ਲਾਇਆ ਸੀ। ਤੂੰ ਬੂਟੇ ਪੁੱਟਣੇ ਸ਼ੁਰੂ ਕਰ ਦਿੱਤੇ, ਤੂੰ ਤੇ ਬੂਟੇ ਲਾਉਣੇ ਨੇ, ਤੂੰ ਬੂਟੇ ਅੱਗੇ ਲਾਉਣੇ ਨੇ, ਤੂੰ ਬੂਟੇ ਪੁੱਟਣੇ ਨਹੀਂ ਆ। ਤੂੰ ਬੂਟੇ ਗੁਰੂ ਨਾਨਕ ਦੀ ਸਿੱਖੀ ਨੂੰ ਪਰਿਫੁੱਲਤ ਕਰਨ ਵਾਸਤੇ ਤੂੰ ਦੇ ਬੂਟੇ ਲਾਉਣੇ ਨੇ, ਤੂੰ ਬੂਟੇ ਪੁੱਟੀ ਜਾ ਰਹੇ ਆ। ਪਿਆਰੇ ਜਿਸ ਵੇਲੇ ਨਦੀਨ ਕੱਢ ਕੇ ਤੇ ਉਸ ਦੀ ਪੰਡ ਤਿਆਰ ਹੋ ਗਈ ਤੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਇਹ ਪੰਡ ਨੂੰ ਤੂੰ ਚੁੱਕੇਗਾ, ਲੈਣਿਆ। ਸਤਿਗੁਰੂ ਜੀ ਜੇ ਤੁਸੀਂ ਮੇਰੇ ਸੀਸ ਦੇ ਉੱਤੇ ਰੱਖੋਗੇ ਤੇ ਮੈਂ ਜ਼ਰੂਰ ਚੁੱਕਾਂਗਾ। ਹੁਣ ਸੀਸ ਦੇ ਉੱਤੇ ਪਿਆਰਿਓ ਪਾਣੀ ਵਾਲੇ ਉਹ ਜਿਹੜਾ ਘਾਹ ਜਿਤਨਾ ਸੀ ਢੇੜਾ ਸੀ ਉਸ ਦੀ ਪੰਡ ਬਣਾਈ ਹੋਈ ਭਾਈ ਲਹਿਣੇ ਦੇ ਸਿਰ ਦੇ ਉੱਤੇ ਰੱਖ ਦਿੱਤੀ। ਭਾਈ ਲਹਿਣੇ ਦੇ ਵਸਤਰ ਜਿਹੜੇ ਸਨ ਪਿਆਰਿਓ ਸਾਰੇ ਆਲੂਦ ਹੋ ਗਏ, ਬੜੇ ਸੁੰਦਰ ਵਸਤਰ ਪਾਏ ਹੋਏ ਸਨ, ਆਲੂਦ ਹੋ ਗਏ। ਜਿਸ ਵੇਲੇ ਤੇ ਹੁਣ ਜੇ ਘਰ ਨੂੰ ਆ ਰਹੇ ਨੇ ਤੇ ਮਾਤਾ ਸੁਲੱਖਣੀ ਜੀ ਨੇ ਵੇਖਿਆ, ਆਖਣ ਲੱਗੇ ਤੁਹਾਨੂੰ ਮਿਲਣ ਵਾਸਤੇ ਆਏ ਸਨ। ਤੁਸੀਂ ਸਾਧੂਆਂ ਵਾਲੀ ਗੱਲ ਕੀਤੀ ਨਾ, ਤੁਹਾਨੂੰ ਮਿਲਣ ਵਾਸਤੇ ਆਏ ਸਨ। ਭਾਈ ਲਹਿਣਾ ਜੀ ਨੇ ਕਿਤਨੇ ਸੁੰਦਰ ਕੱਪੜੇ ਪਾਏ ਹੋਏ ਸਨ, ਆ ਤੁਸੀਂ ਕੱਪੜੇ ਸਾਰੇ ਉਸਨੇ ਖਰਾਬ ਕਰਾ ਦਿੱਤੇ। ਇਸ ਦੇ ਸਿਰ ਦੇ ਉੱਤੇ ਪੰਡ ਕਾਹਦੇ ਵਾਸਤੇ ਰੱਖੀ? ਪਿਆਰਿਓ ਮੈਂ ਤਸਵੀਰ ਇੱਕ ਵੇਖੀ, ਜਿਸ ਤਸਵੀਰ ਦੇ ਵਿੱਚ ਭਾਈ ਲਹਿਣਾ ਨੇ ਸਿਰ ਤੇ ਪੰਡ ਚੁੱਕੀ ਹੋਈ ਆ, ਉਹ ਸਿਰ ਤੇ ਨਦੀਨ ਦੀ ਪੰਡ ਚੁੱਕੀ ਹੋਈ ਭਾਈ ਲਹਿਣਾ ਜੀ ਨੇ। ਤੇ ਠੀਕ ਹੈ ਉਹਦੇ ਵਿੱਚ ਜਿਹੜਾ ਚਿੱਕੜ ਡੁੱਲ ਪੈਂਦਾ ਸੀ ਸਾਰੇ ਕੱਪੜਿਆਂ ਤੇ ਪਿਆ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮਾਤਾ ਸੁਲੱਖਣੀ ਨੂੰ ਪਤਾ ਕੀ ਕਹਿੰਦੇ ਪਰਮੇਸ਼ਰ ਕੀਏ ਤੈਨੂੰ ਇਹ ਚਿੱਕੜ ਦਿਖਾਈ ਦਿੰਦਾ ਹੈ। ਕਹਿੰਦੇ ਝਾਤੀ ਤਾਂ ਮਾਰ ਕੇ ਵੇਖ, ਜਿਸ ਵੇਲੇ ਝਾਤੀ ਮਾਰੀ ਪਿਆਰਿਓ ਉਸ ਵੇਲੇ ਅਤਰ ਫਰੀਦ ਦੇ ਸਰੇ। ਕਹਿੰਦੇ ਇਹ ਸਿਰ ਦੇ ਉੱਤੇ ਜੋ ਤੂੰ ਪੰਡ ਕਹਿ ਰਹੀ ਆ ਨਾ, ਪੰਡ ਕਹਿ ਰਹੀ ਪੱਠਿਆਂ ਦੀ, ਇਹ ਤੇ ਸਿਰ ਦੇ ਉੱਤੇ ਚਵਰ ਝੁਲ ਰਿਹਾ, ਝਾਤੀ ਤਾਂ ਮਾਰ। ਪਿਆਰਿਓ ਮਾਤਾ ਸੁਲੱਖਣੀ ਨੇ ਜਿਸ ਵੇਲੇ ਵੇਖਿਆ ਸੱਚਮੁੱਚ ਪ੍ਰਗਟ ਰੂਪ ਦੇ ਵਿੱਚ ਹੋਵੇ ਹੀ ਦਿਖਾਈ ਦੇ। ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਸੇਵਾ ਕਰਦਿਆਂ ਕਦੇ ਵੀ ਪਿਆਰਿਓ ਕਦੇ ਵੀ ਹੁਕਮ ਦੀ ਆਦੂਲੀ ਨਹੀਂ ਕਰਨੀ। ਜੇ ਧੰਨ ਗੁਰੂ ਨਾਨਕ ਪਾਤਸ਼ਾਹ ਜੀਆਂ ਨੇ ਇਹ ਗੱਲ ਆਖੀ, ਚਿੱਕੜ ਦੇ ਵਿੱਚ ਪਿਆਰਿਓ ਲੋਟਾ ਮੇਰੇ ਸਤਿਗੁਰਾਂ ਨੇ ਸੁੱਟ ਦਿੱਤਾ, ਚਿੱਕੜ ਦੇ ਵਿੱਚ ਲੋਟਾ ਸੁੱਟ ਦਿੱਤਾ। ਬਾਬੇ ਸ੍ਰੀ ਚੰਦ ਨੂੰ ਆਖਿਆ ਕਿ ਲੋਟਾ ਕੱਢੋ ਬਾਹਰ। ਕਹਿੰਦੇ ਆਪੇ ਤੇ ਸੁੱਟਿਆ ਤੇ ਹੁਣ ਕਹਿੰਦੇ ਕੱਢਣ ਦੀ ਕੀ ਲੋੜ ਆ।
ਆਪੇ ਤੁਸੀਂ ਸੁੱਟਿਆ ਤੇ ਹੁਣ ਕੱਢਣ ਦੀ ਕੀ ਲੋੜ ਹੈ। ਬਾਬੇ ਲਖਮੀ ਦਾਸ ਦਾ ਵੀ ਇਹੋ ਹੀ ਜਵਾਬ ਸੀ। ਜਿਸ ਵੇਲੇ ਭਾਈ ਲਹਿਣਾ ਜੀ ਨੂੰ ਆਖਿਆ, ਭਾਈ ਲਹਿਣਾ ਜੀ ਲੋਟਾ ਬਾਹਰ ਕੱਢੋ, ਪਰ ਕੱਪੜਿਆਂ ਦੀ ਨਾ ਪਰਵਾਹ ਕਰਦਿਆਂ ਹੋਇਆਂ ਚਿੱਕੜ ਦੇ ਵਿੱਚ ਵੜ ਕਰਕੇ ਲੋਟਾ ਬਾਹਰ ਕੱਢ ਲਿਆਂਦਾ। ਇੱਕ ਦਿਨ ਕਹਿੰਦੇ ਰਾਤ ਬਾਰਿਸ਼ ਬੜੀ ਆਈ, ਬਾਰਿਸ਼ ਬਹੁਤ ਆਈ ਤੇ ਇੱਕ ਦੀਵਾਰ ਡਿੱਗ ਪਈ, ਮਕਾਨ ਦੀ ਇੱਕ ਦੀਵਾਰ ਡਿੱਗ ਪਈ। ਇਹ ਸਤਿਗੁਰੂ ਨਾਨਕ ਪਾਤਸ਼ਾਹ ਬਾਬਾ ਸ੍ਰੀ ਚੰਦ ਨੂੰ, ਲਖਮੀ ਦਾਸ ਨੂੰ ਸੇਵਾਦਾਰ ਨਾਲ ਸਨ ਕਿਹਾ ਕਿ ਇਸ ਦੀਵਾਰ ਨੂੰ ਹੁਣੇ ਤਿਆਰ ਕਰਨਾ, ਹੁਣੇ ਤਿਆਰ ਕਰਨਾ। ਤੇ ਬਾਬਾ ਸ੍ਰੀ ਚੰਦ ਜੀ ਕਹਿੰਦੇ ਸੇਵਾਦਾਰਾਂ ਨੂੰ ਕਹਿ ਦਿੰਦੇ, ਸੇਵਾਦਾਰ ਬਥੇਰੇ ਨੇ ਕੰਮ ਕਰਨ ਵਾਸਤੇ, ਇਹ ਤੁਸੀਂ ਸਾਨੂੰ ਕੰਮ ਕਿਉਂ ਕਹਿੰਦੇ ਹੋ? ਇਹ ਸਾਡੇ ਕਰਨ ਵਾਲਾ ਕੰਮ ਥੋੜਾ ਹੈ, ਇਹ ਸੇਵਾਦਾਰਾਂ ਦਾ ਕੰਮ ਹੈ, ਇਹ ਸੇਵਾਦਾਰ ਕਰਨਗੇ, ਅਸੀਂ ਨਹੀਂ ਕਰ ਸਕਦੇ। ਪਿਆਰਿਓ, ਉਸੇ ਵੇਲੇ ਭਾਈ ਲਹਿਣਾ ਜੀ ਨੂੰ ਜਿਸ ਵੇਲੇ ਆਖਿਆ, ਸਾਰੀ ਰਾਤ ਹੀ ਪਿਆਰਿਓ ਬਾਰਿਸ਼ ਦੇ ਵਿੱਚ ਦੀਵਾਰ ਤਿਆਰ ਕਰਦੇ ਗਏ, ਦੀਵਾਰ ਤਿਆਰ ਕਰਦੇ ਗਏ। ਤੇ ਨੀਹਾਂ ਪਿਆਰਿਓ ਗੁਰੂ ਨਾਨਕ ਦੀ ਸਿੱਖੀ ਦੀਆਂ ਬਣਾ ਰਹੇ ਸਨ। ਭਾਈ ਲਹਿਣਾ ਜੀ ਵੇਖੋ, ਕਦੇ ਵੀ ਸੇਵਾ ਦੇ ਵਿੱਚ ਕਦੇ ਵੀ ਇਹ ਗੱਲ ਨਹੀਂ ਕਹਿਣੀ ਕਿ ਮੈਂ ਇਹ ਕੰਮ ਨਹੀਂ ਕਰਦਾ। ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਬਖਸ਼ਿਸ਼ ਕਰਨੀ ਸੀ, ਰਹਿਮਤ ਕਰਨੀ ਸੀ ਭਾਈ ਲਹਿਣਾ ਜੀ, ਭਾਈ ਲਹਿਣਾ ਜੀ ਨੇ ਜਦੋਂ ਬਖਸ਼ਿਸ਼ ਕਰਨੀ ਸੀ, ਰਹਿਮਤ ਕਰਨੀ ਸੀ, ਅੱਜ ਕਹਿੰਦੇ ਰੂਪ ਐਸਾ ਧਾਰਨ ਕੀਤਾ, ਧਾਨ ਕਰੂਪ ਰਹਾ ਕਰਤਾਰ। ਮੇਰੇ ਸਤਿਗੁਰੂ ਨਾਨਕ ਪਾਤਸ਼ਾਹ ਜੀਆਂ ਨੇ ਸਿਰ ਤੇ ਮੜਾਸਾ ਜਿਹਾ ਬਣਿਆ ਹੋਇਆ, ਮੜਾਸਾ ਬਣਿਆ ਹੋਇਆ ਸਿਰ ਦੇ ਉੱਤੇ, ਹੱਥ ਦੇ ਵਿੱਚ ਛੁਰਾ ਫੜਿਆ ਹੋਇਆ, ਧਾਨ ਕਰੂਪ ਰਹਾ ਕਰਤਾਰ। ਕਹਿੰਦੇ ਹੱਥ ਦੇ ਵਿੱਚ ਛੁਰਾ ਫੜਿਆ ਹੋਇਆ। ਤੇ ਜਿਹੜਾ ਕੋਈ ਮਗਰ ਆਉਂਦਾ, ਬਾਬਾ ਬੁੱਢਾ ਜੀ ਵੀ ਸਨ, ਹੋਰ ਵੀ ਸੰਗਤਾਂ ਸਨ। ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਕਿ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਪਹਿਲੋਂ ਮਾਇਆ ਸੁੱਟੀ, ਮਾਇਆ ਸੁੱਟੀ ਤੇ ਕੁਝ ਕੁ ਜਿਹੜੇ ਸਿੱਖ ਸਨ ਮਾਇਆ ਦੇ ਵਾਸਤੇ ਆਉਂਦੇ ਸਨ, ਉਹਨਾਂ ਨੇ ਮਾਇਆ ਚੁੱਕੀ ਤੇ ਉੱਠ ਕੇ ਪਿੱਛੇ ਮੁੜ ਗਏ। ਕਹਿੰਦੇ ਪਿੱਛੇ ਮੁੜ ਜਾਓ। ਹੁਣ ਕੁਝ ਕੁ ਅੱਗੇ ਆਏ ਤੇ ਜਿਹੜੇ ਮੋਹਰਾਂ ਸੁੱਟੀਆਂ ਸੋਨੇ ਦੀਆਂ, ਉਹ ਮੋਹਰਾਂ ਚੁੱਕ ਕੇ ਪਿੱਛੇ ਮੁੜ ਗਏ ਤੇ ਪਿਆਰੂ ਅੱਗੇ ਗਏ। ਤੇ ਜਿਸ ਵੇਲੇ ਇਸ ਤਰੀਕੇ ਦੇ ਨਾਲ ਭਾਈ ਲਹਿਣਾ ਜੀ ਨਾਲ ਹੀ ਚੱਲ ਰਹੇ, ਨਾਲ ਹੀ ਚੱਲ ਰਹੇ ਨੇ, ਪਿੱਛੇ ਨਹੀਂ ਮੁੜੇ, ਸਾਰੇ ਹੀ ਸਿੱਖ ਮੁੜ ਗਏ। ਕੋਈ ਮੋਹਰਾਂ ਲੈ ਕੇ ਮੁੜ ਗਿਆ, ਕੋਈ ਪੈਸੇ ਲੈ ਕੇ ਮੁੜ ਗਿਆ। ਜਿਸ ਵੇਲੇ ਭਾਈ ਲਹਿਣਾ ਜੀ ਨਾਲ ਚੱਲਦੇ, ਕਹਿੰਦੀ ਪੁਰਖਾ ਤੂੰ ਕਿਉਂ ਨਹੀਂ ਮੁੜਿਆ, ਤੂੰ ਕਿਉਂ ਨਹੀਂ ਮੁੜਿਆ? ਕਹਿੰਦੇ ਜਿਸ ਦਾ ਕੋਈ ਹੈ ਸੀ ਉਹ ਮੁੜ ਗਏ, ਮੇਰਾ ਤੇ ਤੁਹਾਡੇ ਤੋਂ ਬਿਨਾਂ ਹੈ ਹੀ ਕੋਈ ਨਹੀਂ, ਮੇਰਾ ਤੁਹਾਡੇ ਤੋਂ ਬਿਨਾਂ ਹੈ ਹੀ ਕੋਈ ਨਹੀਂ। ਕਹਿੰਦੇ ਤੁਸੀਂ ਹੁਕਮ ਮੰਨਦੇ ਹੋ? ਕਹਿੰਦੇ ਹਾਂ, ਜੋ ਵੀ ਤੁਸੀਂ ਕਹਿੰਦੇ ਹੋ ਤੁਹਾਡੇ ਹੁਕਮ ਦੀ ਅਦੁੱਲੀ ਮਹਾਰਾਜ ਕਿਵੇਂ ਕੀਤੀ ਜਾ ਸਕਦੀ। ਜੇ ਮੇਰਾ ਹੁਕਮ ਮੰਨਦੇ ਹੋ ਤੇ ਪਿਆਰਿਓ, ਉੱਥੇ ਇੱਕ ਜੰਗਲ ਦੇ ਵਿੱਚ ਮੁਰਦਾ ਪਿਆ ਹੋਇਆ ਸੀ। ਕਹਿੰਦੇ ਹੁਕਮ ਮੰਨਦੇ ਹੋ ਤੇ ਆ ਮੁਰਦੇ ਨੂੰ ਖਾਓ। ਫਿਰ ਜੇ ਤੁਸੀਂ ਹੁਕਮ ਮੰਨਦੇ ਹੋ ਤੇ ਐਸ ਮੁਰਦੇ ਨੂੰ ਖਾਓ। ਹੁਕਮ ਮੰਨਿਆ ਹੋਏ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਖਸਮ ਦੇ ਮਹਿਲ ਦੀ ਪ੍ਰਾਪਤੀ ਤੇ ਤਾਂ ਹੀ ਹੋਣੀ ਸੀ। ਮਹਾਰਾਜ ਪਰਿਕਰਮਾ ਕਰੀ ਜਾ ਰਿਹਾ, ਭਾਈ ਲਹਿਣਾ ਜੀ ਪਰਿਕਰਮਾ ਕਰ ਰਹੇ ਨੇ। ਸਤਿਗੁਰੂ ਨਾਨਕ ਪਾਤਸ਼ਾਹ ਕਹਿੰਦੇ ਕੀ ਪਰਿਕਰਮਾ ਕਰੀ ਜਾਂਦਾ, ਖਾਂਦਾ ਕਿਉਂ ਨਹੀਂ? ਕਹਿੰਦੇ ਮਹਾਰਾਜ ਕਿਸ ਪਾਸਿਓਂ, ਕਿਸ ਪਾਸਿਓਂ? ਕਹਿੰਦੇ ਚੁੱਕ ਕੇ ਕੱਪੜਾ, ਕਹਿੰਦੇ ਪੈਰਾਂ ਵਾਲੇ ਪਾਸਿਓਂ ਜਾਂ ਸਿਰ ਵਾਲੇ ਪਾਸਿਓਂ ਖਾਣਾ ਸ਼ੁਰੂ ਕਰਦੇ। ਜਿਸ ਵੇਲੇ ਚੁੱਕਿਆ ਤੇ ਥੱਲੇ ਦੇਗ ਸੀ ਪਿਆਰੀ, ਕੜਾਹ ਪ੍ਰਸ਼ਾਦ ਸੀ, ਕੋਈ ਮੁਰਦਾ ਨਹੀਂ ਸੀ। ਇਹਦੀ ਪ੍ਰੀਖਿਆ ਹੋ ਰਹੀ ਸੀ ਤੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੂੰ ਥਾਪਿਆ ਲਹਿਣਾ ਜੀਵ ਦੇ ਗੁਰਿਆਏ ਦੇ ਛਤਰ ਫਰਾਇਆ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀਆਂ ਨੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਗੁਰਤਾ ਗਦੀ ਤੇ ਵਿਰਾਜਮਾਨ ਕਰ ਦਿੱਤਾ। ਤੇ ਪਿਆਰੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ, ਟਾਈਮ ਨਹੀਂ ਇਤਨਾ, ਇਹ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਇਤਿਹਾਸ ਬਾਰੇ ਆਪ ਜੀ ਦੇ ਨਾਲ ਸਾਂਝ ਪਾਉਂਦੇ, ਕਿਵੇਂ ਗੁਰਤਾ ਗਦੀ ਪ੍ਰਾਪਤ ਕੀਤੀ। 48 ਸਾਲ ਦੀ ਉਮਰ ਦੇ ਵਿੱਚ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਨੇ ਖਡੂਰ ਸਾਹਿਬ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰ ਦਿੱਤੀ, ਰਹਿਮਤ ਕਰ ਦਿੱਤੀ ਤੇ ਆਪ ਜੋਤੀ ਜੋਤ ਸਮਾ ਗਏ। 48 ਸਾਲ ਦੀ ਉਮਰਾਂ ਦੇ ਵਿੱਚ ਖਡੂਰ ਸਾਹਿਬ ਦੀ ਧਰਤੀ ਨੂੰ ਭਾਗ ਲੰਦਿਆਂ ਹੋਇਆ। ਤੇ ਆਓ
ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੋ ਸ਼ਬਦ ਦੇ ਵਿੱਚ ਬਖਸ਼ਿਸ਼ ਕਰ ਰਹੇ ਨੇ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਜੋਤੀ ਜੋਤ ਪੁਰਬ ਨੂੰ ਮਨਾਉਂਦਿਆਂ ਹੋਇਆਂ ਪਿਆਰੋ ਸਤਿਗੁਰ ਦੀ ਚਰਨਾਂ ਦੇ ਨਾਲ ਆਪ ਜੁੜਨਾ ਕੀਤਾ ਕਿ ਕਿਵੇਂ ਨਾਮ ਜਪਿਆ ਤੇ ਦੂਰ ਹੁੰਦੇ ਦੁਖੜੇ, ਸੇਵਾ ਕਰਕੇ ਮਾਣ ਪਾਈਦਾ ਉਹ ਮਾਣ ਪ੍ਰਾਪਤ ਹੋ ਗਿਆ ਪਿਆਰਿਓ ਜਿਹੜਾ ਕਿਸੇ ਨੂੰ ਹੋ ਨਹੀਂ ਸਕਦਾ। ਗੁਰਤਾ ਗਦੀ ਤੇ ਵਿਰਾਜਮਾਨ ਹੋ ਗਏ। ਧਨਾਸਰੀ ਸ਼ੰਤ ਮਹੱਲਾ ਚੌਥਾ ਘਰ ਪਹਿਲਾ। ਧਨਾਸਰੀ ਰਾਗ ਦੇ ਵਿੱਚ ਸ਼ੰਤ ਇੱਕ ਛੰਦ ਦਾ ਨਾਮ ਹੈ। ਮਹੱਲਾ ਚੌਥਾ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਘਰ ਪਹਿਲਾ, ਘਰ ਪਹਿਲੇ ਦੇ ਵਿੱਚ ਇਹ ਸ਼ਬਦ ਨੂੰ ਗਾਉਣ ਦੀ ਤਾਕੀਦ ਕੀਤੀ ਹੈ ਧਨਾਸਰੀ ਰਾਗ ਦੇ ਵਿੱਚ ਪਾ ਕਰਕੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਅਕਾਲ ਪੁਰਖ ਇੱਕ ਹੈ, ਗੁਰੂ ਦੀ ਬਖਸ਼ਿਸ਼ ਦੇ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ। ਹਰ ਜੀ ਕਿਰਪਾ ਕਰੇ ਤਾਂ ਨਾਮ ਤੇ ਆਈਐ ਜੀਓ। ਵਾਹਿਗੁਰੂ ਕਿਰਪਾ ਕਰੇ ਤੇ ਤਾਂ ਹੀ ਪਰਮੇਸ਼ਰ ਦਾ ਨਾਮ ਧਿਆਇਆ ਜਾ ਸਕਦਾ, ਉਸ ਨੂੰ ਯਾਦ ਕੀਤਾ ਜਾ ਸਕਦਾ। ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਪਿਆਰਿਓ ਕੁਝ ਨਹੀਂ ਹੁੰਦਾ। ਕਈ ਵਾਰੀ ਅਸੀਂ ਮਨ ਬਣਾ ਲੈਂਦੇ ਆ ਨਾ ਕਿ ਅੱਜ ਵੱਧ ਤੋਂ ਵੱਧ ਨਾਮ ਜਪਣਾ ਹੈ, ਪਰ ਕਈ ਵਾਰੀ ਫਿਰ ਨਹੀਂ ਜਪਿਆ ਜਾਂਦਾ। ਜੇ ਕਿਰਪਾ ਮਾਲਕ ਦੀ ਨਾ ਹੋਵੇ ਤੇ ਕੋਈ ਨਾ ਕੋਈ ਅੜਚਣਾਂ ਹੀ ਪੈ ਜਾਂਦੀਆਂ ਨੇ ਪਿਆਰਿਓ। ਤੁਹਾਨੂੰ ਐਵੇਂ ਕੋਈ ਨਾ ਕੋਈ ਮਿਲਣ ਵਾਲਾ ਆ ਜਾਵੇਗਾ, ਉਹ ਵਿੱਚ ਹੀ ਤੁਹਾਡਾ ਸਾਰਾ ਕੁਝ ਰੋਕ ਦੇਵੇਗਾ। ਇਹ ਵੀ ਪਿਆਰਿਓ ਨਿਸ਼ਾਨੀਆਂ ਕਲਯੁਗ ਦੀਆਂ ਹੁੰਦੀਆਂ ਨੇ। ਜਦੋਂ ਤੁਸੀਂ ਪਰਮੇਸ਼ਰ ਵਾਲੇ ਪਾਸੇ ਲੱਗੀ ਹੋਈ ਤੁਹਾਡਾ ਮਨ ਬਿਰਤੀ ਟਿਕੀ ਹੋਏ ਤੇ ਕੋਈ ਨਾ ਕੋਈ ਕਲਯੁਗ ਦਾ ਰੂਪ ਧਾਰਨ ਕਰਕੇ ਵਿੱਚ ਆ ਜਾਂਦਾ, ਉਹ ਵਿੱਚ ਅੜਚਨ ਪਾ ਜਾਂਦਾ। ਤੇ ਜਿਤਨੀ ਦੇਰ ਪਰਮੇਸ਼ਰ ਦੀ ਕਿਰਪਾ ਨਾ ਹੋਵੇ ਨਾਮ ਨਹੀਂ ਸਿਮਰਿਆ ਜਾ ਸਕਦਾ। ਸਤਿਗੁਰ ਮਿਲੈ ਸੁਭਾਇ ਸਹਿਜ ਗੁਣ ਗਾਈਐ ਜੀ। ਕਹਿੰਦੇ ਜੇ ਕਿਧਰੀ ਸਤਿਗੁਰੂ ਦਾ ਮਿਲਾਪ ਹੋ ਜਾਵੇ ਆਤਮਿਕ ਆਨੰਦ ਦੇ ਵਿੱਚ ਟਿਕ ਕਰਕੇ ਤਾਂ ਹੀ ਉਸ ਦੇ ਗੁਣ ਗਾਇਨ ਕੀਤੇ ਜਾ ਸਕਦੇ ਨੇ। ਗੁਣ ਗਾਏ ਵਿਗਸੈ ਸਦਾ ਆਨੰਦਨ ਜਾਂ ਆਪ ਸਾਚੇ ਭਾਵੈ। ਵਿਗਸਿਤ ਭਾਵ ਹੁੰਦਾ ਖੁਸ਼। ਗੁਣ ਗਾਉਂਦਿਆਂ ਗੁਣ ਗੋਬਿੰਦ ਹਰਿ ਜਨ ਹੱਸਿਆ। ਗੁਣ ਗਾਵਤ ਹਰਿ ਜਨ ਹੱਸਿਆ। ਪ੍ਰਭੂ ਦੇ ਪਿਆਰੇ ਗੁਣ ਗਾਉਂਦਿਆਂ ਖੁਸ਼ ਹੁੰਦੇ ਨੇ, ਬੜੇ ਖੁਸ਼ ਹੁੰਦੇ ਨੇ ਜਦੋਂ ਆਨੰਦਿਤ ਹੋ ਜਾਂਦੇ ਨੇ। ਗੁਣ ਗਾਉਂਦਿਆਂ ਜਦੋਂ ਆਨੰਦ ਆਉਂਦਾ ਆਪਣੇ ਆਪ ਦੇ ਵਿੱਚ ਤੁਸੀਂ ਵੇਖਿਓ ਪ੍ਰਭੂ ਦੇ ਪਿਆਰੇ ਕਈ ਵਾਰੀ ਤੁਹਾਨੂੰ ਹੱਸਦੇ ਮਿਲਣਗੇ। ਪਿਆਰੇ ਜਿਹੜੇ ਚਿਹਰੇ ਤੁਹਾਨੂੰ ਹੱਸਦਿਆਂ ਮਿਲਦੇ ਨੇ ਉਹ ਕਦੀ ਤੁਹਾਨੂੰ ਭੁੱਲਦੇ ਨਹੀਂ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਇੱਕ ਬੜੀ ਪ੍ਰੇਮ ਭਿੱਜੀ ਰੂਹ ਹੈ। ਉਹ ਸ਼ਹੀਦਾਂ ਦੇ ਜਾ ਕੇ ਇਸ਼ਨਾਨ ਦੀ ਸੇਵਾ ਕਰਾਉਂਦੇ ਨੇ 40 ਸਾਲ ਤੋਂ ਲਗਾਤਾਰ। ਤੇ ਮੇਰੇ ਜ਼ਿਹਨ ਦੇ ਵਿੱਚ ਉਹਨਾਂ ਦੀ ਤਸਵੀਰ ਹਮੇਸ਼ਾ ਹੀ ਪਈ ਹੁੰਦੀ ਆ। ਜਦੋਂ ਉਹਨਾਂ ਨੇ ਮਿਲਣਾ ਸੱਚਖੰਡ ਜਾਣਾ